ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਜੋ ਕਿ ਬੜਾ ਪਵਿੱਤਰ ਸ਼ਬਦ ਹੈ, ਜਿਸ ਨੂੰ ਸੁਣਦਿਆਂ ਹੀ ਮਨ ਵਿੱਚ ਖੇੜਾ ਖੁਸ਼ੀ ਪੈਦਾ ਹੋ ਜਾਂਦੀ ਆ। ਕਿਉਂ? ਕਿਉਂਕਿ ਇੱਥੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਕੋਈ ਰੋਂਦਾ ਆ ਜਾਵੇ ਉਹਨੂੰ ਹਸਾ ਕੇ ਤੋਰਿਆ ਜਾਂਦਾ ਹੈ। ਪਰ ਇੱਕ ਵੀਡੀਓ ਦੇਖਣ ਨੂੰ ਮਿਲੀ, ਦੇਖ ਕੇ ਬੜਾ ਹੀ ਮਨ ਉਦਾਸ ਹੋਇਆ ਕਿ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਉਣ ਵਾਲੇ ਕੀਰਤਨੀਏ ਵੀਰ, ਰਾਗੀ ਵੀਰ, ਉਹ ਸੋਸ਼ਲ ਮੀਡੀਆ ਦੇ ਉੱਤੇ ਰੋ ਰਹੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਨੂੰ ਮਾਨਸਿਕ ਤੌਰ ਉੱਤੇ ਟੌਰਚਰ ਕੀਤਾ ਜਾ ਰਿਹਾ ਹੈ। ਵੇਖੋ, ਜਿਸ ਗੁਰੂ ਘਰ ਦੇ ਵਿੱਚ ਆਉਣ ਦੇ ਨਾਲ ਖੁਸ਼ੀਆਂ ਮਿਲਦੀਆਂ ਨੇ, ਉੱਥੇ ਸੇਵਾ ਨਿਭਾਉਣ ਵਾਲੇ ਵੀਰ ਹੀ ਰੋ ਰਹੇ ਨੇ। ਅਤੇ ਉਹ ਅੱਗੇ ਦੱਸ ਵੀ ਰਹੇ ਨੇ ਕਿ ਅਸੀਂ ਜਥੇਦਾਰ ਸਾਹਿਬ ਜੀ ਨੂੰ ਵੀ ਬੇਨਤੀ ਕੀਤੀ ਕਿ ਸਾਡਾ ਇਨਸਾਫ ਕਰਾਓ, ਦੋਹਾਂ ਧਿਰਾਂ ਨੂੰ ਬਰਾਬਰ ਬਿਠਾਓ ਅਤੇ ਸਾਡੀ ਗੱਲਬਾਤ ਕਰਾਓ ਅਤੇ ਫੈਸਲਾ ਕਰ ਦਿਓ। ਅਤੇ ਅੱਗੋਂ ਜਵਾਬ ਕੀ ਮਿਲਿਆ? ਜਿਹੜੇ ਅਖੌਤੀ ਜਥੇਦਾਰ ਆ ਨਾ, ਇਹਨਾਂ ਨੇ ਜਵਾਬ ਕੀ ਦਿੱਤਾ ਕਿ ਗ੍ਰੰਥੀ ਸਿੰਘ ਜੀ ਤੇ ਉਹ ਤਾਂ ਬਹੁਤ ਉੱਚੀ ਪਦਵੀ 'ਤੇ ਨੇ, ਹੈੱਡ ਗ੍ਰੰਥੀ ਸਾਹਿਬ, ਅਸੀਂ ਉਹਨਾਂ ਨੂੰ ਨਹੀਂ ਬੁਲਾ ਸਕਦੇ, ਅਸੀਂ ਉਹਨਾਂ ਨੂੰ ਸਾਹਮਣੇ ਬਿਠਾ ਕੇ ਨਹੀਂ ਸਵਾਲ ਪੁੱਛ ਸਕਦੇ। ਕਿਉਂ? ਹੋ ਸਕਦਾ ਜਥੇਦਾਰ ਜੀ ਨੇ ਇਤਿਹਾਸ ਨਾ ਪੜ੍ਹਿਆ ਹੋਵੇ। ਮੈਂ ਜਾਣੂ ਕਰਾ ਦੇਵਾਂ, ਚੇਤਾ ਕਰਾ ਦੇਵਾਂ ਕਿ ਜਦੋਂ ਦਸ਼ਮੇਸ਼ ਪਿਤਾ ਜੀ ਨੇ ਆਪਣੇ ਪਿਆਰਿਆਂ ਦਾ ਪੇਪਰ ਲਿਆ ਸੀ ਨਾ, ਦਾਦੂ ਦੀ ਸਮਾਧ ਨੂੰ ਤੀਰ ਦੀ ਨੋਕ ਨਾਲ ਸਤਿਕਾਰ ਵੇਖ ਦੇ ਕੇ ਗੁਰੂ ਜੀ ਦੇਖਣਾ ਚਾਹੁੰਦੇ ਸੀ ਕਿ ਮੇਰੇ ਸਿੱਖ ਮੈਨੂੰ ਸਵਾਲ ਕਰਨਗੇ, ਮੇਰੇ ਸਿੱਖ ਮੈਨੂੰ ਪੁੱਛਣਗੇ। ਅਤੇ ਇਤਿਹਾਸ ਗਵਾਹੀ ਭਰਦਾ ਕਿ ਉਸ ਸਮੇਂ ਗੁਰੂ ਜੀ ਨੇ ਤਨਖਾਹ ਵੀ ਲਵਾਈ। ਕੀ ਇਹ ਅਹੁਦਾ ਗੁਰੂ ਸਾਹਿਬ ਜੀ ਤੋਂ ਵੀ ਵੱਡਾ ਹੋ ਗਿਆ? ਜੇ ਗੁਰੂ ਜੀ ਨੂੰ ਸਿੱਖ ਪੁੱਛ ਸਕਦੇ ਨੇ ਤਾਂ ਹੈੱਡ ਗ੍ਰੰਥੀ ਸਾਹਿਬ ਜੀ ਨੂੰ ਕਿਉਂ ਨਹੀਂ ਪੁੱਛਿਆ ਜਾ ਸਕਦਾ? ਸਤਿਗੁਰੂ ਜੀ ਦੀ ਬਾਣੀ ਵੀ ਸਮਝਾਉਂਦੀ ਆ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਗੁਰੂ ਤੇ ਕਰਤਾਰ ਤੋਂ ਬਿਨਾਂ ਸਾਰੇ ਜੀ ਭੁੱਲਣ ਦੇ ਵਿੱਚ ਨੇ। ਅਤੇ ਜੇ ਕਿਸੇ ਤੋਂ ਭੁੱਲ ਹੁੰਦੀ ਉਹਨੂੰ ਸਮਝਾਇਆ ਜਾਣਾ ਚਾਹੀਦਾ। ਅਤੇ ਚੇਤੇ ਰੱਖੀਏ, ਗੁਰੂ ਕਰਕੇ ਹੀ ਗ੍ਰੰਥੀ ਸਿੰਘ ਹੈ। ਗ੍ਰੰਥੀ ਵੀਰਾਂ ਨੂੰ ਵੀ ਬੇਨਤੀ ਆ ਕਿ ਅਸੀਂ ਬਾਬਾ ਬੁੱਢਾ ਜੀ ਤੋਂ ਸਿੱਖਿਆ ਲੈ ਕੇ ਚੱਲੀਏ ਕਿ ਗ੍ਰੰਥੀ ਸਿੰਘ ਕਿੱਦਾਂ ਦਾ ਹੋਣਾ ਚਾਹੀਦਾ। ਅਤੇ ਜਥੇਦਾਰ ਜੀ ਨੂੰ ਵੀ ਬੇਨਤੀ ਆ ਕਿ ਤੁਸੀਂ ਇਨਸਾਫ ਕਰਾਓ, ਤੁਸੀਂ ਦੋਨਾਂ ਧਿਰਾਂ ਨੂੰ ਸਾਹਮਣੇ ਬਿਠਾਓ, ਗੱਲ ਸੁਣੋ। ਪਰ ਕੀ ਇਨਸਾਫ ਕਰਾਓਗੇ ਤੁਸੀਂ? ਕੀ ਤੁਸੀਂ ਸੰਗਤ ਨੂੰ ਦੱਸੋਗੇ? ਸੁਣਨ ਵਿੱਚ ਆਇਓ, ਵੀਰ ਦੱਸ ਰਹੇ ਨੇ ਰੋ ਰੋ ਕੇ ਕਿ ਇੱਥੇ ਪਰਚੀ ਸਿਸਟਮ, ਸਿਫਾਰਸ਼ਾਂ ਵੀ ਚੱਲਦੀਆਂ ਨੇ। ਸੁਣਿਆ ਸੀ ਸਰਕਾਰੀ ਜੋ ਆਫਿਸ ਨੇ ਉੱਥੇ ਸਿਫਾਰਸ਼ਾਂ ਚੱਲਦੀਆਂ, ਪ੍ਰਾਈਵੇਟ ਆਫਿਸਾਂ ਦੇ ਵਿੱਚ ਉੱਥੇ ਸਿਫਾਰਸ਼ਾਂ ਚੱਲਦੀਆਂ, ਪਰ ਇੱਥੇ ਸੱਚੀ ਸਰਕਾਰ ਦੇ ਦਰਬਾਰ ਵਿੱਚ ਵੀ ਤੁਸੀਂ ਸਿਫਾਰਸ਼ਾਂ ਚਲਾ ਦਿੱਤੀਆਂ ਵੀ ਜੇ ਕਿਸੇ ਕੋਲ ਸਿਫਾਰਿਸ਼ ਹੈ ਜਾਂ ਪਰਚੀ ਹੈ ਤਾਂ ਉਹ ਲਾਈਵ ਪ੍ਰੋਗਰਾਮ ਕਰ ਸਕਦਾ, ਤਾਂ ਉਹ TV 'ਤੇ ਆ ਸਕਦਾ। ਗੁਣਾਂ ਕਰਕੇ ਚੋਣ ਨਹੀਂ ਹੋ ਰਹੀ, ਸਿਫਾਰਸ਼ਾਂ ਕਰਕੇ, ਪਰਚੀਆਂ ਕਰਕੇ ਚੋਣ ਹੋ ਰਹੀ ਆ। ਕਿਉਂ ਨਹੀਂ ਤੁਸੀਂ ਇੱਦਾਂ ਦਾ ਸਿਸਟਮ ਬੰਦ ਕਰਾ ਰਹੇ? ਤੁਹਾਨੂੰ ਸੰਗਤ ਨੇ ਜ਼ਿੰਮੇਵਾਰੀ ਦਿੱਤੀ ਆ, ਕਿਉਂ ਨਹੀਂ ਤੁਸੀਂ ਇਹੋ ਜਿਹੇ ਸਿਸਟਮ ਦੇ ਵਿਰੁੱਧ ਆਵਾਜ਼ ਉਠਾ ਰਹੇ? ਕਿਉਂ ਨਹੀਂ ਫੈਸਲਾ ਕਰ ਰਹੇ? ਅਤੇ ਮੈਂ ਨਾਲ ਹੀ ਭੈਣਾਂ ਨੂੰ ਵੀ ਬੇਨਤੀ ਕਰਾਂ, ਹੁਣ ਜਿੱਥੇ ਵੀਰਾਂ ਨੇ ਇਹ ਮੋਰਚਾ ਖੋਲ੍ਹਿਆ ਹੈ ਨਾ, ਭੈਣਾਂ ਵੀ ਉਹਨਾਂ ਵੀਰਾਂ ਦਾ ਸਾਥ ਦੇਣ, ਕਿਉਂਕਿ ਇਹਨਾਂ ਨੇ ਭੈਣਾਂ ਨਾਲ ਵੀ ਬਹੁਤ ਧੱਕਾ ਕੀਤਾ। ਕਹਿ ਰਹੇ ਨੇ ਇੱਥੇ ਭੈਣਾਂ ਕੀਰਤਨ ਨਹੀਂ ਕਰ ਸਕਦੀਆਂ। ਕਿਉਂ ਨਹੀਂ ਕਰ ਸਕਦੀਆਂ? ਕਹਿੰਦੇ ਪੁਰਾਤਨ ਮਰਿਆਦਾ। ਕਿਹੜੀ ਪੁਰਾਤਨ ਮਰਿਆਦਾ? ਗੁਰੂ ਸਾਹਿਬ ਜੀ ਨੇ ਮਰਿਆਦਾ ਨਹੀਂ ਬਣਾਈ, ਇਹ ਡੇਰਿਆਂ ਦੀ ਮਰਿਆਦਾ ਇੱਥੇ ਲਾਗੂ ਕਰ ਰਹੇ ਨੇ। ਗੁਰੂ ਸਾਹਿਬ ਜੀ ਤੇ ਆਪ ਆਖਦੇ ਨੇ, ਪਹਿਲੇ ਸਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਬਾਬਾ ਜੀ ਨੇ ਆਖੇ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਉਹ ਗੁਰੂ ਬਾਬਾ ਜੀ ਇੱਦਾਂ ਨਹੀਂ ਕਹਿ ਸਕਦੇ। ਸਤਿਗੁਰੂ ਜੀ ਨੇ ਸਾਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ। ਭੈਣੋ, ਆਓ ਆਪਾਂ ਹੱਕ ਲਈਏ। ਜਿਹੜੀਆਂ ਭੈਣਾਂ ਕੀਰਤਨ ਕਰਨਾ ਜਾਣਦੀਆਂ ਨੇ ਉਹ ਅੱਗੇ ਆਉਣ ਅਤੇ ਦੂਜੀਆਂ ਭੈਣਾਂ ਇਸ ਮੋਰਚੇ ਵਿੱਚ ਉਹਨਾਂ ਦਾ ਸਾਥ ਦੇਣ। ਜਦੋਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੀਆਂ ਨੇ ਭੈਣਾਂ, ਉਦੋਂ ਕੋਈ ਮਨਾਹੀ ਨਹੀਂ। ਲੰਗਰ ਵਿੱਚ ਸੇਵਾ ਕਰਦੀਆਂ ਉਦੋਂ ਕੋਈ ਮਨਾਹੀ ਨਹੀਂ। ਜਦੋਂ ਕੀਰਤਨ ਕਰਨਾ, ਕਹਿੰਦੇ ਇਹ ਅਪਵਿੱਤਰ ਹੈ, ਇਹ ਮਹੀਨੇ ਵਿੱਚ 3-4 ਦਿਨ ਅਪਵਿੱਤਰ ਰਹਿੰਦੀ ਆ। ਸੋ ਭੈਣਾਂ ਨੇ ਆਪਣੇ ਵੀਰਾਂ ਦਾ ਸਾਥ ਦੇਣਾ, ਆਪਣੇ ਹੱਕਾਂ ਦੀ ਮੰਗ ਕਰਨੀ ਆ। ਇਹ ਬੜੀਆਂ ਦਰਪੇਸ਼ ਚੁਣੌਤੀਆਂ ਸਾਡੇ ਸਾਹਮਣੇ ਆ ਰਹੀਆਂ ਨੇ। ਮੈਂ ਨਾਲ ਲੱਗਦੀ ਗੱਲ ਕਹਿ ਦੇਵਾਂ, ਕਿੰਨੀਆਂ ਚੁਣੌਤੀਆਂ ਆ ਰਹੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ 1 ਸਤੰਬਰ, ਜਿਸ ਦਿਨ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਉਂਦਾ, ਦੂਸਰੇ ਗ੍ਰੰਥ ਦੀ ਕਥਾ ਗੁਰੂ ਦੀ ਹਜ਼ੂਰੀ 'ਚ ਸ਼ੁਰੂ ਕਰਵਾਈ ਗਈ। ਚੈਲੰਜ ਕੀਤਾ ਗਿਆ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ, ਗੁਰੂ ਜੀ ਦੀ ਵਡਿਆਈ ਹੋਣੀ ਚਾਹੀਦੀ ਸੀ, ਉਸ ਦਿਨ ਦੂਸਰੇ ਗ੍ਰੰਥ ਦੀ ਵਿਚਾਰ ਸ਼ੁਰੂ ਕਰਵਾਈ। ਕਿੰਨੀ ਲਾਹਨਤ ਵਾਲੀ ਗੱਲ ਹੈ। ਸੋ ਸੁਚੇਤ ਹੋਈਏ। ਅਕਾਲ ਤਖਤ ਸਾਹਿਬ ਤੋਂ ਫੈਸਲਾ ਵੀ ਆਇਆ ਸੀ, ਹੁਕਮਨਾਮਾ ਸਾਹਿਬ ਵੀ ਆਇਆ ਸੀ
कि गुरु ग्रंथ साहिब महाराज जी के बराबर किसी दूजे ग्रंथ का प्रकाश नहीं हो सकता, किसी दूजे ग्रंथ नूं मानता नहीं दी जा सकती। क्यों? क्योंकि गुरु गोबिंद सिंह महाराज जी ने सानू गुरु ग्रंथ साहिब महाराज जी दे लड़ लाए। पर यह सानू उलझाया जा रहा है, मुद्दों च उलझाया जा रहा है। मुद्दे तो भटकाउण दे लई मुद्दा की है? जो उठिया सी गुरु ग्रंथ साहिब महाराज जी दे सरूप कित्थे गए? सानू उधरले पासों मुद्दा भुलाउण दी कोशिश की जा रही है भी इधरले पासे सिख उलझण, लड़नगे कौन? सिख ही लड़नगे। एक पासे दस्तारां वाले होणगे, एक पासे दमालियां वाले होणगे। सानू उलझाया जा रहा, आपां उलझीए ना, सचेत होइए, बाणी नूं मुख रखीए, गुरु ग्रंथ साहिब महाराज जी दे बराबर तुल समान किसी होर ग्रंथ नूं मानता ना दईए। क्योंकि गुरु ग्रंथ साहिब महाराज जी दे लड़ सानू गुरु गोबिंद सिंह महाराज जी ला के गए ने। ते भैणां नूं भी बेनती है कि अपने वीरां दा इस मोर्चे विच डट के साथ दईए, अपने हक्कां दी गल करिए। इन्नियां बेनतियां प्रवान करनियां जी इन्हां मैंबरां तो, जिहड़े श्रोमणी कमेटी दे मैंबर आ ना, इन्हां नूं घेर घेर पुछिए कि गुरु ग्रंथ साहिब महाराज जी दे सरूप कित्थे गए ने। इदां खैड़ा नहीं छुड़ाया जा सकता। सानू दसो, सानू उलझाओ ना, मुद्दे तो भटकाओ ना, सानू जवाब चाहिए। संगतां जवाब लैण, सिर जोड़ के बैठण। ये सिर जोड़ के बैठण दा समा है। सो इन्नी बेनती प्रवान करनी जी। वाहिगुरू जी का खालसा, वाहिगुरू जी की फतेह।